ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਬਿਖਮ ਮਾਰਗ ਚਲਣਾ, ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਖਨਿਓ ਤਿੱਖੀ ਵਾਲੋ ਨਿੱਕੀ। ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ। ਜੁਗ ਹੋ ਜੁਗ ਨਿਰਾਲੀ, ਕਹਿ ਨਾਨਕ ਚਾਲ ਭਗਤਾਂ। ਜੁਗ ਹੋ ਜੁਗ ਨਿਰਾਲੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗੇ ਅਟਲ, ਸਰਬ ਸਾਂਝੀਵਾਲਤਾ ਦੇ ਰਹਿਬਰ, ਸਰਵਰੇ ਕਾਇਨਾਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਤਰਸ ਕੀਤਾ ਹੈ ਇਹਨਾਂ ਪਾਵਨ ਦੀਵਾਨਾਂ ਦੇ ਅੰਦਰ। ਆਪ ਸਤਿਗੁਰ ਕੀ ਪਾਵਨ ਗੋਦ ਵਿੱਚ ਬੈਠ ਕੇ ਅੰਮ੍ਰਿਤਮਈ ਇਲਾਹੀ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰ ਰਹੇ ਸੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ, ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰੋਂ ਲੜੀਵਾਰ ਇਹਨਾਂ ਪਾਵਨ ਦੀਵਾਨਾਂ ਵਿੱਚ ਆਪ ਪਾਵਨ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਸਤਿਗੁਰਾਂ ਨੇ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਵਿਚਾਰ ਅਧੀਨ 14ਵੀਂ ਪੌੜੀ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੀ ਹੈ। ਆਓ ਜਿੱਥੇ ਇਸ ਪੌੜੀ ਦਾ ਪਾਠ ਆਪਾਂ ਇੰਨੇ ਪਿਆਰ ਨਾਲ ਸਰਵਣ ਕੀਤਾ ਹੈ, ਉੱਥੇ ਇਸ ਪਾਵਨ ਪੌੜੀ ਦੀ ਵਿਚਾਰ ਜੋ ਕੀਮਤੀ ਉਪਦੇਸ਼ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਉਸ ਕੀਮਤੀ ਉਪਦੇਸ਼ ਨੂੰ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਰਲ ਮਿਲ ਕੇ ਸਮਝਣ ਦਾ ਯਤਨ ਕਰਨਾ ਹੈ। ਆਪ ਗੁਰੂ ਸਰੂਪ ਸਾਧ ਸੰਗਤ ਦੇਹੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਪਾਵਨ ਪੌੜੀ 918 ਅੰਕ ਤੇ ਸੁਭਾਏਮਾਨ ਹੈ। ਇਸ ਪੌੜੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇੱਕ ਭਗਤ ਦੇ ਜੀਵਨ ਦੀ ਪਰਿਭਾਸ਼ਾ, ਇੱਕ ਭਗਤ ਦੇ ਜੀਵਨ ਦੀ ਕਰਨੀ, ਇੱਕ ਭਗਤ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਗਤ ਦੇ ਜੀਵਨ ਦੀ ਪਰਿਭਾਸ਼ਾ ਸਮੁੱਚੀ ਲੋਕਾਈ ਦੇ ਸਾਹਮਣੇ ਰੱਖੀ ਹੈ। ਭਗਤ ਬਣਨਾ
ਤੇ ਭਗਤ ਅਖਵਾਉਣਾ। ਸਾਧ ਸੰਗਤ, ਇਹ ਦੋ ਗੱਲਾਂ ਨੇ ਸਾਡੇ ਸਮਾਜ ਵਿੱਚ। ਭਗਤ ਅਖਵਾਉਣਾ ਬਹੁਤ ਸੌਖਾ ਹੈ। ਤੁਸੀਂ ਕਿਸੇ ਧਰਮ ਦਾ ਲਿਬਾਸ ਪਾ ਲਵੋ, ਬਾਹਰ ਮੁਖੀ ਉਸ ਧਰਮ ਦੇ ਕਰਮ ਕਰਨੇ ਸ਼ੁਰੂ ਕਰ ਦਿਓ, ਲੋਕ ਤੁਹਾਨੂੰ ਭਗਤ ਕਹਿਣਾ ਸ਼ੁਰੂ ਕਰ ਦੇਣਗੇ। ਲੋਕ ਕਹਿਣਗੇ ਇਹ ਬਹੁਤ ਭਗਤ ਬੰਦਾ ਹੈ। ਪਰ ਭਗਤ ਬਣਨਾ, ਬਾਹਰ ਮੁਖੀ ਜੀਵਨ ਦੇ ਨਾਲ ਨਾਲ ਅੰਤਰਮੁਖੀ ਜੀਵਨ ਨੂੰ ਜਿਉਣਾ, ਇਹ ਕਰਮ ਬਹੁਤ ਔਖਾ ਹੈ। ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਾਬਾ ਫਰੀਦ ਸਾਹਿਬ ਜੀ ਆਪਣੀ ਮੁਬਾਰਕ ਰਚਨਾ ਤੋਂ ਕਹਿੰਦੇ ਨੇ, ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਬਚਨ ਇਸੇ ਪੌੜੀ ਵਿੱਚ ਬਖਸ਼ਿਸ਼ ਕੀਤੇ ਨੇ ਵੀ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਭਗਤ ਦਾ ਜੀਵਨ ਖੰਡੇ ਦੀ ਧਾਰ ਨਾਲੋਂ ਵੀ ਤਿੱਖਾ, ਭਾਵ ਇੰਨੀ ਬਾਰੀਕੀ ਦੇ ਵਿੱਚ, ਜਿਵੇਂ ਕੋਈ ਖੰਡੇ ਦੀ ਧਾਰ ਤੇ ਚੱਲਦਾ ਹੈ। ਖੰਡੇ ਦੀ ਧਾਰ, ਉਸ ਧਾਰ ਦੇ ਉੱਪਰ ਚੱਲਣਾ। ਤੁਸੀਂ ਕਦੀ ਇਮੇਜਿਨ ਕਰਕੇ ਵੇਖੋ ਵੀ ਖੰਡਾ, ਜਿਹੜੀ ਖੰਡੇ ਦੀ ਧਾਰ ਹੈ, ਜਿਹੜੀ ਖੰਡੇ ਦੀ ਸ਼ੇਪ ਹੈ, ਉਹ ਦੋਵੇਂ ਪਾਸਿਆਂ ਤੋਂ ਲੱਗਾ ਹੋਇਆ ਹੁੰਦਾ ਹੈ, ਦੋਵੇਂ ਪਾਸਿਆਂ ਤੋਂ। ਹੁਣ ਖੰਡੇ ਦੇ ਉੱਤੇ ਤੁਰਨਾ, ਇਹਦਾ ਮਤਲਬ ਹੈ ਜੇ ਤੁਰਾਂਗੇ ਤੇ ਸਰੀਰ ਨੂੰ ਦੁੱਖ ਆਏਗਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਗਤ ਦੇ ਜੀਵਨ ਵਿੱਚ ਬਾਹਰ ਮੁਖੀ ਦੁੱਖ ਬੜੇ ਆਉਣਗੇ, ਪਰ ਭਗਤ ਉਹਨਾਂ ਦੁੱਖਾਂ ਦੀ ਪਰਵਾਹ ਨਹੀਂ ਕਰਦਾ। ਉਹ ਨਿਰੰਤਰ ਪ੍ਰਮਾਤਮਾ ਦੀ ਦਿੱਤੀ ਹੋਈ ਜੁਗਤ ਦੇ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ। ਆਓ ਇਸ ਪੌੜੀ ਨੂੰ ਸਮਝਣ ਦਾ ਯਤਨ ਗੁਰੂ ਦੀ ਕਿਰਪਾ ਨਾਲ ਆਪਾਂ ਕਰਨਾ ਹੈ। ਵੈਸੇ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਅੰਮ੍ਰਿਤ ਬਾਣੀ ਦੇ ਅੰਦਰ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਨੂੰ ਸਤਿਗੁਰ ਨੇ ਭਗਤ ਦੇ ਲਕਬ ਦੇ ਨਾਲ ਸਤਿਕਾਰਿਆ ਹੈ। ਹੁਣ ਇਹ ਨਾ ਸਮਝ ਲੈਣਾ ਸਾਧ ਸੰਗਤ ਕਿ ਭਗਤ ਦੇ ਜੀਵਨ ਵਿੱਚ ਤੇ ਇੱਕ ਜਿਸ ਅਵਸਥਾ ਦੇ ਵਿੱਚ ਗੁਰੂ ਸਾਨੂੰ ਗੱਲ ਕਹਿ ਰਿਹਾ, ਉਸ ਅਵਸਥਾ ਦੇ ਵਿੱਚ ਕੋਈ ਫਰਕ ਹੋਵੇਗਾ। ਦੇਖੋ, ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਕਹਿੰਦੇ ਹਾਂ, ਤੇ ਉਸ ਵੇਲੇ ਸਾਡਾ ਸਿਰ ਬਾਬਾ ਕਬੀਰ ਸਾਹਿਬ ਜੀ ਦੇ ਅੱਗੇ, ਭਗਤ ਕਬੀਰ ਸਾਹਿਬ ਜੀ ਦੇ ਅੱਗੇ ਵੀ ਝੁਕਦਾ ਹੈ, ਭਗਤ ਨਾਮਦੇਵ ਸਾਹਿਬ ਜੀ ਦੇ ਅੱਗੇ ਵੀ ਝੁਕਦਾ ਹੈ, ਭਗਤ ਰਵਿਦਾਸ, ਭਗਤ ਸੂਰਦਾਸ ਜੀ, ਭਗਤ ਬੇਣੀ ਜੀ, ਭਗਤ ਪੀਪਾ ਜੀ, ਇਹਨਾਂ ਸਭਨਾ ਭਗਤਾਂ ਦੇ ਅੱਗੇ ਉਸ ਵਕਤ ਸਾਡਾ ਸਿਰ ਝੁਕਦਾ ਹੈ। ਇਹਨਾਂ ਮਤਲਬ ਹੈ ਜੋ ਜਿਨ੍ਹਾਂ ਦੀ ਬਾਣੀ ਮੇਰੇ ਸਤਿਗੁਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਣ ਵਾਲਾ ਹਰ ਸਿੱਖ ਸ਼ਖਸ ਜਿਹੜਾ ਹੈ, ਉਹਨਾਂ ਨੂੰ ਸਤਿਗੁਰ ਨੇ ਲਕਬ ਭਗਤ ਦਾ ਦਿੱਤਾ ਹੈ, ਪਰ ਧਿਆਨ ਦੇਣਾ ਉਹ ਗੁਰੂ ਦੇ ਲਕਬ ਤੋਂ ਜਾਂ ਗੁਰੂ ਦੀ ਪਰਿਭਾਸ਼ਾ ਤੋਂ, ਗੁਰੂ ਜਿਸ ਭਾਵਨਾ ਵਿੱਚ ਸਾਡੇ ਜੀਵਨ ਨੂੰ ਕੱਢਦਾ ਹੈ, ਭਗਤਾਂ ਦਾ ਜੀਵਨ ਉਸ ਭਾਵਨਾ ਤੋਂ, ਉਸ ਚੀਜ਼ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇੱਕ ਬੜਾ ਵੱਡਾ ਵਿਸ਼ਾ ਹੈ ਸਾਡੇ ਸਮਾਜ ਦੇ ਅੰਦਰ, ਜਿਹਨੂੰ ਸਮਝਣ ਦੀ ਬੜੀ ਜ਼ਰੂਰਤ ਹੈ। ਅੱਜ ਇਹੀ ਕਾਰਨ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਇਹਨਾਂ ਭਗਤਾਂ ਨੂੰ, ਜਿਨ੍ਹਾਂ ਨੂੰ ਮੇਰੇ ਸਤਿਗੁਰ ਨੇ ਇੰਨਾ ਮਾਣ ਦਿੱਤਾ ਹੈ, ਅੱਜ ਉਹਨਾਂ ਭਗਤਾਂ ਦੇ ਨਾਮ ਤੇ ਵੱਖੋ ਵੱਖਰੇ ਫਿਰਕੇ ਬਣ ਗਏ, ਉਹਨਾਂ ਭਗਤਾਂ ਦੇ ਨਾਮ ਤੇ ਵੱਖੋ ਵੱਖਰੇ ਪੰਥ ਚੱਲ ਗਏ। ਮੇਰੇ ਸਾਹਿਬ ਨੇ ਕਿਰਪਾ ਕੀਤੀ ਸੀ, ਇਹਨਾਂ ਭਗਤਾਂ ਨੂੰ ਬਾਹਰ ਮੁਖੀ ਵੱਖਰੇ ਵੱਖਰੇ ਪੰਥਾਂ ਤੋਂ ਇਕੱਠਾ ਕਰਕੇ ਇੱਕ ਥਾਂ ਤੇ ਲਿਆ ਕੇ ਖੜਾ ਕੀਤਾ ਸੀ। ਪਰ ਸਾਡੀ ਵਿਡੰਬਣਾ ਹੈ, ਅਸੀਂ ਉਸ ਚੀਜ਼ ਨੂੰ ਸੰਭਾਲ ਨਾ ਸਕੇ, ਅਸੀਂ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਨਾ ਲੈ ਸਕੇ, ਤੇ ਉਹ ਕਲਾਵੇ ਵਿੱਚ ਨਾ ਲੈਣ ਸਦਕਾ ਅੱਜ ਫਿਰ ਬਾਬਾ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ
ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਮੰਨਣ ਵਾਲਿਆਂ ਨੇ ਪੰਥ ਹੀ ਵੱਖੋ ਵੱਖਰੇ ਬਣਾ ਲਏ। ਖੈਰ, ਇਹ ਅੱਜ ਆਪਣਾ ਵਿਸ਼ਾ ਨਹੀਂ, ਜਿਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਆਪਾਂ ਸਤਿਗੁਰਾਂ ਦੇ ਨਾ ਪਾਵਨ ਬਚਨਾਂ ਨੂੰ ਸਮਝਣਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ। ਚਾਲ ਦੇ ਆਖਰੀ ਅਰਥ ਹੁੰਦੇ ਨੇ, ਵੈਸੇ ਜਦੋਂ ਬੰਦਾ ਆਪਣੇ ਕਦਮਾਂ ਦੇ ਨਾਲ ਸਫ਼ਰ ਤੈਅ ਕਰਦਾ ਹੈ, ਪੈਂਡਾ ਤੈਅ ਕਰਦਾ ਹੈ, ਤੇ ਪੈਰਾਂ ਦੇ ਨਾਲ ਚੱਲਣ ਨੂੰ ਚਾਲ ਕਿਹਾ ਜਾਂਦਾ ਹੈ। ਸਤਿਗੁਰ ਕੀ ਪਾਵਨ ਬਾਣੀ ਵਿੱਚ ਪਰਮਾਤਮਾ ਦੇ ਬਾਬਤ ਇਹ ਬਚਨ ਆਖੇ ਗਏ ਨੇ ਕਿ ਹੇ ਮੇਰੇ ਮਾਲਕ ਜੀ, ਤੇਰੀ ਚਾਲ ਬੜੀ ਨਿਰਾਲੀ ਹੈ ਤੇ ਤੇਰੀ ਬਾਣੀ ਬੜੀ ਮਿੱਠੀ ਹੈ। ਤੇਰੀ ਚਾਲ ਨਿਰਾਲੀ, ਮਧੁਰਾੜੀ ਬਾਣੀ। ਤੇਰੀ ਬਾਣੀ ਬੜੀ ਮਿੱਠੀ ਹੈ ਤੇ ਤੇਰੀ ਚਾਲ ਬੜੀ ਸੋਹਣੀ ਹੈ। ਇਹਦਾ ਮਤਲਬ ਬਾਣੀ ਦੇ ਅੰਦਰ ਜਿੱਥੇ ਵੀ ਸ਼ਬਦ ਆਏਗਾ ਚਾਲ, ਜੇ ਇਸ ਸ਼ਬਦ ਦਾ ਮਤਲਬ ਸਿਰਫ ਬਾਹਰਮੁਖੀ ਚੱਲਣਾ ਨਹੀਂ, ਇਸ ਚਾਲ ਸ਼ਬਦ ਦਾ ਭਾਵ ਹੈ ਜੀਵਨ ਦੀ ਜੁਗਤ। ਕਿਉਂਕਿ ਭਗਤ ਆਪਣੀ ਜੀਵਨ ਜੁਗਤ ਕਰਕੇ ਪਛਾਣਿਆ ਜਾਂਦਾ ਹੈ। ਭਗਤ ਆਪਣੀ ਜੀਵਨ ਜੁਗਤ ਕਰਕੇ ਜਾਣਿਆ ਜਾਂਦਾ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਸਾਧ ਸੰਗਤ ਧਿਆਨ ਦੇਣਾ, ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਭਗਤਾਂ ਦੀ ਜਿਹੜੀ ਚਾਲ ਹੈ, ਜਿਹੜੀ ਜੀਵਨ ਜੁਗਤ ਹੈ, ਉਹ ਬੜੀ ਨਿਰਾਲੀ ਹੈ। ਨਿਰਾਲੀ ਦਾ ਮਤਲਬ ਹੈ ਨਿਵੇਕਲੀ, ਜਾਂ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤੇ ਵੱਖਰੀ। ਇੱਕ ਸੰਸਾਰ ਦਾ ਜੀਵਨ ਹੈ, ਜਿਸ ਜੀਵਨ ਨੂੰ ਆਪਾਂ ਸਾਰੇ ਜਿਉ ਰਹੇ ਹਾਂ। ਉਹਦੇ ਅੰਦਰ ਜੋ ਸੰਸਾਰ ਅੰਦਰ ਹੋ ਰਿਹਾ, ਆਪਾਂ ਸਭ ਕਰ ਰਹੇ ਹਾਂ। ਹਾਂ, ਕੁਝ ਦਿਖਾਵੇ ਕਰਕੇ ਅਸੀਂ ਸੰਸਾਰ ਵਿੱਚ ਇਹ ਦਿਖਾਉਣ ਦਾ ਯਤਨ ਜ਼ਰੂਰ ਕਰਦੇ ਹਾਂ ਵੀ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਧਰਮੀ ਹਾਂ, ਪਰ ਸਾਡੀ ਜੀਵਨ ਜੁਗਤ ਸੰਸਾਰ ਦੇ ਨਾਲ ਚੱਲ ਕੇ ਸੰਸਾਰ ਮੁਖੀਏ। ਸਤਿਗੁਰ ਕਹਿੰਦੇ ਨੇ, ਜੇ ਤੂੰ ਸੱਚ ਵਿੱਚ ਭਗਤ ਬਣਨਾ ਹੈ ਤੇ ਤੈਨੂੰ ਆਪਣੀ ਜੀਵਨ ਜੁਗਤ ਨਿਰਾਲੀ ਕਰਨੀ ਪਏਗੀ, ਵੱਖਰੀ ਕਰਨੀ ਪਏਗੀ। ਤੁਸੀਂ ਆਖੋਗੇ ਜੀ ਉਹ ਵੱਖਰੀ ਜੀਵਨ ਜੁਗਤ ਕਿਹੋ ਜੀ? ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਮੈਂ ਸਿਰਫ 2 ਉਦਾਹਰਨਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਨੇ, ਤਾਂ ਕਿ ਆਪਾਂ ਇਸ ਪ੍ਰਕਰਨ ਨੂੰ ਜ਼ਿਆਦਾ ਲੰਮਾ ਨਾ ਲੈ ਕੇ ਜਾਈਏ, ਸਿਰਫ ਇਸ ਅੰਮ੍ਰਿਤ ਸ਼ਬਦ ਦੇ ਭਾਵ ਨੂੰ ਸਮਝ ਸਕੀਏ। ਭਗਤ ਨਾਮਦੇਵ ਜੀ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ। ਬ੍ਰਾਹਮਣ ਨੇ ਸਮਾਜ ਦਾ ਇੱਕ ਨਕਸ਼ਾ ਬਣਾਇਆ। ਉਹਨੇ ਸਮਾਜ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ। ਉਹਨੇ ਸਮਾਜ ਨੂੰ 4 ਵਰਨਾਂ ਦੇ ਵਿੱਚ ਵੰਡ ਦਿੱਤਾ। ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਹੁਣ ਉਹਨਾਂ 4 ਨੂੰ ਵੰਡਿਆ ਉਹਨਾਂ ਸਾਰਿਆਂ ਦੇ ਕਰਮ ਵੱਖੋ ਵੱਖਰੇ ਕਰ ਦਿੱਤੇ। ਬ੍ਰਾਹਮਣ ਦਾ ਕਰਮ ਵੱਖਰਾ ਕਰ ਦਿੱਤਾ, ਵਿਦਿਆ ਪੜ੍ਹਨੀ, ਪੜ੍ਹਾਣੀ, ਦਾਨ ਦੇਣਾ, ਲੈਣਾ, ਪੂਜਾ ਕਰਨੀ, ਕਰਾਣੀ। ਇਹ 6 ਕਰਮ ਬ੍ਰਾਹਮਣ ਨੇ ਆਪਣੇ ਕੋਲੋਂ ਰੱਖ ਲਏ। ਖੱਤਰੀ ਦਾ ਕਰਮ ਵੱਖਰਾ ਨਿਸ਼ਚਿਤ ਕਰ ਦਿੱਤਾ, ਸ਼ੂਦਰ ਦਾ, ਵੈਸ਼ ਦਾ ਵੱਖੋ ਵੱਖਰਾ ਨਿਸ਼ਚਿਤ ਕਰ ਦਿੱਤਾ। ਹੁਣ ਧਰਮ ਦੇ ਅੰਦਰ ਬ੍ਰਾਹਮਣ ਜਿਹੜਾ ਹੈ ਉਹ ਧਰਮ ਦੀ ਇਬਾਦਤ ਕਰਨ ਲਈ ਧਰਮ ਦੇ ਅੰਦਰ ਲੋਕਾਈ ਦਾ ਇਹਨਾਂ ਤਿੰਨਾਂ ਦਾ ਗੁਰੂ ਬਣ ਗਿਆ, ਜਿੰਦਾ ਜ਼ਿਕਰ ਬਾਣੀ ਨੇ ਵੀ ਕੀਤਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ। ਜਗਤ ਦੇ ਲੋਕ ਬ੍ਰਾਹਮਣ ਨੂੰ ਆਪਣਾ ਗੁਰੂ ਕਹਿੰਦੇ ਨੇ। ਬ੍ਰਾਹਮਣ ਦੀ ਦਿੱਤੀ ਹੋਈ ਜੀਵਨ ਪੱਧਤੀ ਨੂੰ ਜੀਂਦੇ ਨੇ, ਪਰ ਬਾਬਾ ਜੀ ਕਹਿੰਦੇ ਨੇ, ਭਗਤਨ ਕਾ ਗੁਰ ਨਾਹੀਂ। ਪਰ ਜਿਹੜੇ ਸੱਚ ਵਿੱਚ ਪਰਮਾਤਮਾ ਦੇ ਭਗਤ ਨੇ, ਬ੍ਰਾਹਮਣ ਉਹਨਾਂ ਦਾ ਗੁਰੂ ਨਹੀਂ ਬਣ ਸਕਦਾ, ਕਿਉਂਕਿ ਉਹ 4 ਵੇਦਾਂ ਦੇ ਅੰਦਰ ਖੱਪ ਗਿਆ ਹੈ। ਉਹ 4 ਵੇਦ ਪੜ੍ਹਦਾ ਜ਼ਰੂਰ ਹੈ, ਪਰ ਨਾ ਆਪ ਮੰਨਦਾ ਤੇ ਨਾ ਕਿਸੇ ਨੂੰ ਮੰਨਣ ਦਿੰਦਾ ਹੈ। ਹੁਣ ਥੋੜਾ ਜਿਹਾ ਇਸ ਜੁਗਤ ਨੂੰ ਸਮਝਣਾ, ਮੈਂ ਜਿਹੜੇ ਬਚਨ ਆਪ ਜੀ ਦੇ ਸਾਹਮਣੇ ਕਹਿਣੇ ਨੇ, ਕਿਉਂਕਿ ਜੇ ਭਗਤ ਸ਼ਬਦ ਨੂੰ ਸਮਝਣਾ ਹੈ ਤੇ ਇਹ ਵਿਚਾਰ ਸਮਝਣੀ ਬਹੁਤ ਜ਼ਰੂਰੀ ਹੈ। ਹੁਣ ਜਦੋਂ 4 ਵਰਨਾਂ ਵਿੱਚ ਸਮਾਜ ਨੂੰ ਵੰਡਿਆ, ਉਹਨਾਂ 4 ਵਰਨਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਜਿਸ ਵਰਨ ਦੇ ਵਿੱਚ ਨੇ, ਉਸ ਵਰਨ ਨੂੰ ਆਖਿਆ ਜਾਂਦਾ ਸ਼ੂਦਰ। ਹੁਣ ਸ਼ੂਦਰ ਨੂੰ ਨਾ ਭਗਤੀ ਕਰਨ ਦਾ ਹੱਕ ਹੈ, ਨਾ ਧਾਰਮਿਕ ਗ੍ਰੰਥ ਸੁਣਨ ਦਾ ਹੱਕ ਹੈ। ਜੇ ਭਗਤ ਨਾਮਦੇਵ ਵਰਗੇ ਸ਼ੂਦਰ ਧਾਰਮਿਕ ਗ੍ਰੰਥ ਸੁਣ ਲੈਂਦੇ ਨੇ
ਤੇ ਬ੍ਰਾਹਮਣ ਕਹਿੰਦਾ ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਏ, ਉਹ ਦੁਬਾਰਾ ਸੁਣ ਹੀ ਨਾ ਸਕੇ। ਜੇ ਬ੍ਰਾਹਮਣ ਧਾਰਮਿਕ ਦੁਆਰੇ ਦੇ ਅੱਗੋਂ ਲੰਘ ਜਾਂਦਾ ਹੈ ਤੇ ਬ੍ਰਾਹਮਣ ਕਹਿੰਦਾ ਵੀ ਇਹਦੇ ਪੈਰ ਤੋੜ ਦਿਓ, ਲੱਤਾਂ ਤੋੜ ਦਿਓ, ਤਾਂ ਕਿ ਇਹ ਦੁਬਾਰਾ ਕਦੀ ਮੰਦਰ ਦੇ ਅੱਗੋਂ ਲੰਘ ਨਾ ਸਕੇ। ਜੇ ਇਹਦੀ ਜ਼ੁਬਾਨ ਤੋਂ ਮੰਤਰ ਉਚਾਰਨ ਹੋ ਗਿਆ, ਜੇ ਇਹਨੇ ਵੇਦਾਂ ਦਾ ਕੋਈ ਮੰਤਰ ਆਪਣੀ ਰਚਨਾ ਤੇ ਲੈ ਆਂਦਾ, ਇਹਦੀ ਜੀਭ ਕੱਟ ਦਿਓ ਤਾਂ ਕਿ ਦੁਬਾਰਾ ਬੋਲ ਨਾ ਸਕੇ। ਹੁਣ ਉਸ ਸਮੇਂ ਦੇ ਅੰਦਰ ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਹੱਸਦਿਆਂ ਖੇਡਦਿਆਂ ਮੇਰੇ ਮਨ ਅੰਦਰ ਚਾਉ ਪੈਦਾ ਹੋਇਆ, ਮੈਂ ਵੀ ਰੱਬ ਦੀ ਬੰਦਗੀ ਕਰਨ ਲਈ ਧਾਰਮਿਕ ਦੁਆਰੇ ਤੇ ਗਿਆ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤਾਂ ਕੀ ਚਾਲ ਨਿਰਾਲੀ। ਜਿਸ ਸ਼ਬਦ ਨੂੰ ਆਪਾਂ ਸਮਝਦੇ ਹਾਂ ਵੀ ਕਿਵੇਂ, ਭਗਤ ਜੀ ਕਹਿੰਦੇ ਨੇ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਨਾਮਦੇਵ ਕਹਿੰਦੇ ਨੇ, ਮੈਂ ਅੱਖਾਂ ਬੰਦ ਕਰਕੇ ਰੱਬ ਨੂੰ ਚੇਤੇ ਕਰਨ ਲੱਗਾ, ਇਸ਼ਟ ਨੂੰ ਚੇਤੇ ਕਰਨ ਲੱਗਾ, ਤੇ ਜਿਹੜਾ ਧਰਮ ਦਾ ਆਗੂ ਬ੍ਰਾਹਮਣ ਆਇਆ, ਉਹਨੇ ਜਦੋਂ ਮੇਰੇ ਵੱਲ ਵੇਖਿਆ ਵੀ ਇਹ ਸ਼ੂਦਰ ਬੰਦਾ ਵੀ ਮੰਦਰ ਵਿੱਚ ਆ ਗਿਆ, ਉਹਨੇ ਮੈਨੂੰ ਬਾਂਹ ਤੋਂ ਫੜ ਕੇ ਤੇ ਮੰਦਰ ਤੋਂ ਬਾਹਰ ਧੱਕੇ ਮਾਰ ਕੇ ਬਾਹਰ ਕਢਵਾ ਦਿੱਤਾ। ਉਹਨੇ ਆਪਣੇ ਸ਼ਾਗਿਰਦਾਂ ਨੂੰ ਬੁਲਾਇਆ, ਆਪਣੇ ਚੇਲਿਆਂ ਨੂੰ ਬੁਲਾਇਆ, ਸਾਧਾਂ ਨੂੰ ਬੁਲਾਇਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਉਸ ਵਕਤ ਮੇਰੇ ਮਨ ਵਿੱਚ ਬੜੀ ਰੰਜ ਆਈ। ਮੈਂ ਪਰਮਾਤਮਾ ਨੂੰ ਸਵਾਲ ਕੀਤਾ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਹੇ ਮੇਰੇ ਰੱਬ ਜੀ, ਤੂੰ ਮੈਨੂੰ ਇੰਨੀ ਨੀਵੀਂ ਜਾਤ ਵਿੱਚ ਕਿਉਂ ਭੇਜਿਆ? ਛੀਪੇ ਕੇ ਜਨਮ ਕਾਹੇ ਕੋ ਆਇਆ। ਇਹ ਭਗਤ ਦੇ ਅੰਦਰ ਦਾ ਗਿਲਾ ਸੀ। ਪਰ ਭਗਤ ਜੀ ਕਹਿੰਦੇ ਨੇ, ਲੈ ਕਮਲੀ ਚਲਿਓ ਪਲਟਾਏ। ਹੁਣ ਮੈਂ ਆਪਣਾ ਜਿਹੜਾ ਮੇਰੇ ਕੋਲੋਂ ਕੱਪੜਾ ਸੀ, ਮੈਂ ਉਸ ਮੰਦਰ ਦੇ ਬਾਹਰ ਧੱਕੇ ਮਾਰ ਕੇ ਕੱਢਿਆ ਤੇ ਉਸ ਮੰਦਰ ਦੇ ਬੈਕ ਜਾ ਕੇ, ਪਿੱਛੇ ਜਾ ਕੇ ਭਗਤ ਜੀ ਕਹਿੰਦੇ ਨੇ, ਆਪਾਂ ਕੱਪੜਾ ਵਿਛਾਇਆ ਤੇ ਰੱਬ ਦੀ ਬੰਦਗੀ ਕਰਨ ਲੱਗ ਗਏ। ਦੇਵਰੇ ਪਾਛੇ ਬੈਠਾ ਜਾਏ, ਜਿਉ ਜਿਉ ਨਾਮਾ ਹਰ ਗੁਣ ਉਚਰੇ, ਭਗਤ ਜਨਾਂ ਕੋ ਦੇਵਰਾ ਫਿਰੇ, ਭਗਤਾਂ ਕੀ ਚਾਲ ਨਿਰਾਲੀ। ਭਗਤੀ ਕਮਾਣੀ ਔਖੀ ਹੈ। ਇਹਦੇ ਵਿੱਚ ਮੇਰੇ ਸਤਿਗੁਰ ਕਹਿੰਦੇ ਨੇ, ਸਮਾਜ ਇੰਨਾ ਦੁਰਕਾਰਦਾ ਹੈ, ਕਿਉਂਕਿ ਸਮਾਜ ਲੋਕਾਈ ਤੁਹਾਡੇ ਅੰਦਰ ਦੀ ਭਾਵਨਾ ਨੂੰ ਸਮਝ ਸਕਦੀ ਨਹੀਂ। ਤੁਸੀਂ ਕਿਸੇ ਭਗਤ ਦਾ ਜੀਵਨ ਪੜ੍ਹ ਕੇ ਵੇਖ ਲਵੋ, ਕਿਉਂ ਮੇਰੇ ਸਤਿਗੁਰ ਨੇ ਆਖਿਆ ਵੀ ਭਗਤ ਦਾ ਜੀਵਨ ਨਿਰਾਲਾ ਹੈ। ਹੁਣ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰਨੇ ਆ, ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਸਮਾਜ ਦੇ ਇਹਨਾਂ ਚਾਰ ਵਰਨਾਂ ਨੂੰ ਆਪਣੀ ਗਲਵਕੜੀ ਵਿੱਚ ਲਿਆ, ਇਹਨਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ। ਪਰ ਖਿਆਲ ਕਰਿਓ, ਜਿਹੜੇ ਸਮਾਜ ਦੇ ਅੰਦਰ ਆਮ ਲੋਕਾਈ ਜਿਸ ਭਾਵਨਾ ਵਿੱਚ ਜੀਵਨ ਜਿਉਂਦੀ ਸੀ, ਉਹਨਾਂ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਬਾਬੇ ਨਾਨਕ ਨੂੰ ਵੀ ਆਖਿਆ, ਕੋਈ ਆਖੇ ਪੂਤਨਾ ਕੋ ਕਹੈ ਬੇਤਾਲਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬੈਠਣਾ ਪਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਇਸੇ ਗੱਲ ਨੂੰ ਸਿੱਧ ਕਰਨ ਲਈ 4 ਜੰਗਾਂ ਸਮੇਂ ਦੀ ਹਕੂਮਤ ਨਾਲ ਲੜਨੀਆਂ ਪਈਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਸੀਸ ਦੇਣਾ ਪਿਆ। ਗੁਰੂ ਕੇ ਪਿਆਰੇ ਮਰਜੀਵੜੇ 3 ਸਿੱਖਾਂ ਨੂੰ ਗੁਰੂ ਦੇ ਸਾਹਮਣੇ ਸ਼ਹੀਦ ਹੋਣਾ ਪਿਆ। ਇਹ ਸਭ ਪ੍ਰਕਰਨ ਨੂੰ ਜਦੋਂ ਪੜ੍ਹਨੇ ਆ, ਇਹਦੇ ਪਿੱਛੇ ਸਾਨੂੰ ਇੱਕੋ ਹੀ ਗੱਲ ਸਮਝ ਆਉਂਦੀ ਵੀ ਭਗਤਾਂ ਕੀ ਚਾਲ ਨਿਰਾਲੀ। ਜਿਹੜਾ ਰੱਬ ਦੇ ਮਾਰਗ ਤੇ ਤੁਰੇਗਾ, ਉਹ ਚਾਲ ਸਮਾਜ ਨਾਲੋਂ ਵੱਖਰੀ ਹੋਏਗੀ, ਉਹ ਜੀਵਨ ਜੁਗਤ ਸਮਾਜ ਨਾਲੋਂ ਵੱਖਰੀ ਹੋਏਗੀ। ਉਹਨੂੰ ਸਮਾਜ ਐਕਸੈਪਟ ਨਹੀਂ ਕਰਦਾ। ਸਮਾਜ, ਕਿਉਂਕਿ ਸਮਾਜ ਜਿਸ ਵਰਤਾਰੇ ਵਿੱਚ ਜਿੰਦਾ ਹੈ, ਸਮਾਜ ਉਸ ਵਰਤਾਰੇ ਦੀ ਗੱਲ ਕਰਦਾ ਹੈ। ਤਾਂ ਹੀ ਮੇਰੇ ਸਤਿਗੁਰ ਨੇ ਬਾਣੀ ਵਿੱਚ ਸ਼ਬਦ ਵਰਤਿਆ। ਪਾਤਸ਼ਾਹ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਭਗਤ ਬਣ ਤੇ ਸਹੀ, ਰੱਬ ਦੀ ਬੰਦਗੀ ਨਾਲ ਜੁੜ ਤੇ ਸਹੀ, ਜੀਵਨ ਜੁਗਤ ਅਪਣਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਵੇਖ ਜਿਹੜੇ ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ, ਲੋਕਾਂ ਨੇ ਆਖਿਆ ਸ਼ੀਂਬਾ ਹੈ, ਨੀਵੀਂ ਜਾਤ ਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ। ਅੱਧੀ ਕੌਡੀ ਦਾ ਦਾਮ ਜਿਹਨੂੰ ਲੋਕ ਕਹਿੰਦੇ ਸੀ, ਅੱਧੀ ਕੌਡੀ ਦੀ ਕੀਮਤ ਨਹੀਂ, ਇਹ ਬੰਦਗੀ ਕਰੇਗਾ। ਮੇਰੇ ਸਤਿਗੁਰੂ ਕਹਿੰਦੇ ਨੇ, ਰੱਬ ਨੇ ਆਪਣੀ ਗਲਵਕੜੀ ਵਿੱਚ ਲੈ ਕੇ ਉਸ ਭਗਤ ਨਾਮਦੇਵ ਜੀ ਨੂੰ ਲੱਖਾਂ ਦਾ ਕਰ ਦਿੱਤਾ। ਲੱਖਾਂ ਦਾ ਮਤਲਬ ਇਹ ਹੈ ਵੀ ਉਹਦਾ ਜੀਵਨ ਅਮੋਲਕ ਹੋ ਗਿਆ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇਂ ਅਮੁੱਲ ਲੈ ਜਾਹੇ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਇੰਨਾ ਹੀ ਨਹੀਂ, ਤਨਨਾ ਬੁਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੋ ਲਾਹਰਾ ਭਇਓ ਗੁਣੇ ਗਹੀਰਾ। ਉਹ ਭਗਤ
ਫਿਰ ਸਮੇਂ ਦੇ ਉਹਨਾਂ ਬ੍ਰਾਹਮਣਾਂ ਨੂੰ ਵੰਗਾਰਦੇ ਨੇ। ਬਾਬਾ ਭਗਤ ਕਬੀਰ ਸਾਹਿਬ ਜੀ ਦੇ ਕਦੀ ਬੋਲ ਪੜੋ। ਭਗਤ ਜੀ ਕਹਿੰਦੇ ਨੇ ਬ੍ਰਾਹਮਣ ਕਹਿੰਦਾ ਤੈਨੂੰ ਬੰਦਗੀ ਕਰਨ ਦਾ ਹੱਕ ਨਹੀਂ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਮੈਨੂੰ ਇੱਕ ਗੱਲ ਦੱਸ। ਬ੍ਰਾਹਮਣ ਮੈਂ ਤੇਰੀ ਪੰਡਤ ਜੀ ਮੈਂ ਤੁਹਾਡੀ ਗੱਲ ਮੰਨ ਲਵਾਂਗਾ, ਪਰ ਮੈਨੂੰ ਇੱਕ ਗੱਲ ਸਮਝਾ ਦੇ ਵੀ ਵੇਖ, ਜਨਮ ਮੇਰਾ ਵੀ ਮਾਂ ਦੇ ਉਦਰ ਤੋਂ ਹੋਇਆ ਤੇ ਜਨਮ ਤੁਹਾਡਾ ਵੀ ਮਾਂ ਦੇ ਉਦਰ ਤੋਂ ਹੋਇਆ। ਸਰੀਰ ਚੀਰ ਕੇ ਵੇਖ ਲੈ, ਤੇਰੇ ਅੰਦਰ ਵੀ ਲਹੂ ਏ ਤੇ ਮੇਰੇ ਅੰਦਰ ਵੀ ਲਹੂ ਏ। ਤੇ ਬਾਬਾ ਜੀ ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਤ ਹਮ ਕਤ ਲੋਹੂ ਤੁਮ ਕਤ ਦੂਧ। ਜੇ ਸੱਚ ਵਿੱਚ ਤੇਰੇ ਅੰਤੋਂ ਵੱਖਰਾ ਹੈ, ਸਮਾਜ ਵਿੱਚੋਂ ਲੋਕਾਈ ਵਿੱਚੋਂ ਤੂੰ ਸ਼ਰਵਨ ਉੱਚੀ ਜਾਤ ਦਾ ਹੈ, ਫਿਰ ਤੇਰਾ ਤੇ ਮੇਰਾ ਸੰਸਾਰ ਤੇ ਆਉਣ ਦਾ ਵਸੀਲਾ ਇੱਕੋ ਵਰਗਾ ਕਿਵੇਂ? ਫਿਰ ਤੇਰੇ ਅੰਦਰ ਲਹੂ ਦੀ ਜਗ੍ਹਾ ਤੇ ਦੁੱਧ ਕਿਉਂ ਨਹੀਂ? ਜੇ ਤੂੰ ਸੱਚ ਵਿੱਚ ਵੱਖਰਾ ਹੈ ਸਮਾਜ ਤੋਂ। ਇਹ ਗੱਲਾਂ ਉਹ ਸਨ ਜਿਹੜੀਆਂ ਭਗਤਾਂ ਨੂੰ ਸਮਾਜ ਦੇ ਵਿੱਚ ਕ੍ਰਾਂਤੀਕਾਰੀ ਬਣਾਉਂਦੀਆਂ ਨੇ। ਔਰ ਸੱਚ ਜਾਣਿਓ, ਇਹਨੂੰ ਹੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ। ਭਗਤਾਂ ਦਾ ਜੀਵਨ ਨਿਵੇਕਲਾ ਹੈ, ਵਿਖੜਾ ਹੈ, ਔਖਾ ਹੈ। ਤੇ ਨਾਲ ਸਤਿਗੁਰ ਕਹਿੰਦੇ ਨੇ ਚਾਲਾ ਨਿਰਾਲੀ ਭਗਤਾਂ ਕਿਹੜੀ। ਹੁਣ ਭਗਤਾਂ ਬਹੁਵਚਨ ਨੇ। ਭਗਤਾਂ ਦੀ ਚਾਲ ਭਾਵ ਜੀਵਨ ਜੁਗਤ ਨਿਰਾਲੀ ਹੈ, ਵੱਖਰੀ ਹੈ। ਕਿਵੇਂ? ਪਾਤਸ਼ਾਹ ਕਹਿੰਦੇ ਨੇ ਬਹੁਤ ਨਾਹੀ ਬੋਲਣਾ ਬਿਖਮ ਮਾਰਗ ਚੱਲਣਾ। ਸਭ ਕਹਿੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਮਾਰਗ ਹੈ ਉਹ ਬੜਾ ਬਿਖਮ ਹੈ। ਹੁਣ ਬਾਬਾ ਕਬੀਰ ਸਾਹਿਬ ਜੀ ਦਾ ਜ਼ਿਕਰ ਆਪਾਂ ਕੀਤਾ, ਭਗਤ ਨਾਮਦੇਵ ਜੀ ਦਾ ਆਪਾਂ ਜ਼ਿਕਰ ਕੀਤਾ। ਹੁਣ ਇਹ ਮਾਰਗ ਬਿਖਮ ਹੈ, ਕਿਉਂਕਿ ਜੇ ਤੁਸੀਂ ਸਮਾਜ ਦੇ ਅਨੁਸਾਰ ਜੀਂਦੇ ਹੋ ਤੇ ਤੁਸੀਂ ਭਲੇ ਹੋ। ਜੇ ਤੁਸੀਂ ਸਮਾਜ ਵਿੱਚ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ ਤੇ ਸਮਾਜ ਤੁਹਾਨੂੰ ਜੀਣ ਨਹੀਂ ਦੇਗਾ, ਸਮਾਜ ਯਤਨ ਕਰੇਗਾ। ਤੁਸੀਂ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਪੜੋ। ਜੇ ਬਾਬਾ ਕਬੀਰ ਸਾਹਿਬ ਜੀ ਨੇ ਗੱਲ ਆਖੀ ਤੇ ਬਾਬਾ ਜੀ ਕਹਿੰਦੇ ਨੇ ਕਿ ਲੋਕਾਂ ਨੇ ਮੈਨੂੰ ਬਖਸ਼ ਦਿੱਤਾ, ਛੱਡ ਦਿੱਤਾ। ਕਹਿੰਦੇ ਨੇ ਨਹੀਂ, ਬਾਬਾ ਜੀ ਕਹਿੰਦੇ ਨੇ ਪੂਜਾ ਬਾਂਧ ਪਿਲਾ ਕਰ ਡਾਰਿਓ। ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜਾ ਕੇ ਸਰਕਾਰ ਦੇ ਅੱਗੇ। ਜਿਹੜੀ ਸਮੇਂ ਦੀ ਹਕੂਮਤ ਸੀ, ਸਰਕਾਰ ਦੇ ਦਰਬਾਰ ਵਿੱਚੋਂ ਹੁਕਮ ਆ ਗਿਆ ਕਬੀਰ ਸਾਹਿਬ ਜੀ ਨੂੰ ਇਹਦੇ ਸਰੀਰ ਨੂੰ ਹਾਥੀ ਦੇ ਅੱਗੇ ਸੁੱਟ ਦਿਓ, ਹਾਥੀ ਦੇ ਪੈਰ ਥੱਲੇ ਨੂੰ ਕੁਚਲ ਦਿਓ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹਾਥੀ ਦੇ ਸਾਹਮਣੇ ਮੇਰੇ ਤਨ ਨੂੰ ਪੋਟਲੀ ਬਣਾ ਕੇ ਸੱਟ ਦਿੱਤਾ ਗਿਆ ਵੀ ਇਹ ਹਾਥੀ ਤੁਰੇ, ਇਹ ਆਪਣੇ ਪੈਰ ਥੱਲੇ ਮੈਨੂੰ ਕੁਚਲ ਦੇ ਤੇ ਮੇਰੀ ਜੀਵਨ ਲੀਲਾ ਸਮਾਪਤ ਹੋ ਜਾਏ। ਬਿਖਮ ਮਾਰਗ ਚੱਲਣਾ। ਪਰ ਭਗਤ ਜੀ ਕਹਿੰਦੇ ਨੇ ਵੇਖੋ, ਰੱਬ ਦੀ ਬੰਦਗੀ ਕਰਨ ਵਾਲੇ ਦੇ ਨਾਲ ਪ੍ਰਮਾਤਮਾ ਸਦਾ ਖੜਾ ਹੁੰਦਾ ਹੈ। ਬਸ ਮਾਯੂਸੀ ਮਨ ਵਿੱਚ ਨਾ ਲੈ ਕੇ ਆਓ, ਅਕੀਦਾ ਗੁਰੂ ਤੇ ਬਣਾ ਕੇ ਰੱਖੋ। ਜਿਨ੍ਹਾਂ ਦਾ ਭਰੋਸਾ ਬਣ ਜਾਂਦਾ ਹੈ ਮੇਰਾ ਮਾਲਕ ਉਹਨਾਂ ਨੂੰ ਬਿਖਮ ਪੈਂਡਿਆਂ ਚੋਂ ਵੀ ਕਦੀ ਡੋਲਣ ਨਹੀਂ ਦਿੰਦਾ। ਉਹ ਬਿਖਮ ਪੈਂਡਿਆਂ ਵਿੱਚੋਂ ਮੇਰਾ ਸਤਿਗੁਰੂ ਉਹਨਾਂ ਨੂੰ ਕਦੀ ਡੋਲਣ ਨਹੀਂ ਦਿੰਦਾ। ਭਗਤ ਪ੍ਰਹਿਲਾਦ ਦੀ ਅਸੀਂ ਗੱਲ ਕਰਨੇ ਆ। ਭਗਤ ਪ੍ਰਹਿਲਾਦ ਨੂੰ ਕਿੰਨੇ ਯਤਨ ਕੀਤੇ ਗਏ ਮਾਰਨ ਦੇ ਲਈ। ਹਰਨਾਕਸ਼ ਕਹਿੰਦਾ ਤੂੰ ਰਾਮ ਕਹਿ, ਰੱਬ ਕਹਿਣਾ ਛੱਡ ਦੇ, ਤੂੰ ਕਹਿ ਹਰਨਾਕਸ਼ ਹੀ ਸਭ ਕੁਝ ਏ। ਭਗਤ ਪ੍ਰਹਿਲਾਦ ਕਹਿੰਦਾ ਨਹੀਂ ਪਿਤਾ ਜੀ, ਤੁਸੀਂ ਸਰੀਰ ਕਰਕੇ ਹਸਤੀ ਵਿੱਚ ਆਏ, ਇੱਕ ਦਿਨ ਫਨਾ ਹੋ ਜਾਓਗੇ। ਉਹ ਪ੍ਰਮਾਤਮਾ, ਉਹ ਰੱਬ ਹੀ ਸਰਵੋਪਰੀ ਹੈ ਤੇ ਸਦਾ ਰਹਿਣ ਵਾਲਾ ਹੈ। ਕਿੰਨੇ ਯਤਨ ਕੀਤੇ। ਭਗਤ ਧਰੂਲਾ ਪ੍ਰਹਿਲਾਦ ਦਾ ਸੀ ਜੀਵਨ ਪੜ੍ਹਦੇ ਹਾਂ, ਕਿੰਨੇ ਯਤਨ ਕੀਤੇ ਗਏ, ਪਰ ਪ੍ਰਮਾਤਮਾ ਹਰ ਥਾਂ ਤੇ ਰੱਖਦਾ ਹੈ। ਕਿਉਂਕਿ ਸਭ ਕਹਿੰਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਆਇਆ, ਤੁਰ ਤੂੰ ਰੱਖਦਾ ਆਇਆ। ਮੇਰੇ ਸਤਿਗੁਰੂ ਜੀ ਤੂੰ ਭਗਤਾਂ ਦੀ ਸਦਾ ਰੱਖਦਾ ਆਇਆ ਹੈ। ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਸਭ ਹੀ ਪਚਹਾਰੇ। ਉਹ ਸ਼ਬਦ ਵਿੱਚ ਅੱਗੇ ਜਾ ਕੇ ਕਹਿੰਦੇ ਨੇ ਬਸੁਦਾ ਬਸ ਕੀਨੀ ਸਭ ਰਾਜੇ, ਬਿਨਤੀ ਕਹੇ ਪਟਰਾਨੀ ਸਭ ਹਿੱਲੇ ਕੀਤੇ। ਭਗਤ ਨਾਮਦੇਵ ਜੀ ਕਹਿੰਦੇ ਨੇ ਕਾੜ ਖੜਕ ਕਾਲ ਪੈ ਕੋ ਪਿਓ, ਮੋਹੇ ਬਤਾਉ ਜੋ ਤੂੰ ਰਾਖੇ। ਹੱਥ ਵਿੱਚ ਖੜਕ ਫੜ ਕੇ ਤੇ ਕਹਿੰਦਾ ਦੱਸ ਹੁਣ ਕਿਹੜਾ ਜਿਹੜਾ ਤੈਨੂੰ ਮੇਰੀ ਇਸ ਖੜਕ ਤੋਂ ਬਚਾਏਗਾ। ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਬੌੜੀ ਕੀਤੀ, ਬਿਖਮ ਮਾਰਗ ਚੱਲਣਾ, ਆਪਣੇ ਭਗਤ ਦੀ ਪੈਜ ਰੱਖੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਪਾਗ ਕਹਿ ਚੀਸਾ ਮਾਰੇ, ਜਾਂ ਮੂਰਤ ਕਹਿ ਹੋਂ ਬਲਿਹਾਰੇ। ਮਹਾਵਤ ਹਾਥੀ ਤੇ ਬੈਠਾ ਹਾਥੀ ਨੂੰ ਮਾਰਦਾ ਹੈ, ਅੱਗੇ ਟੁਰ, ਪਰ ਹਾਥੀ ਪੈਰ ਪੁੱਟਦਾ ਨਹੀਂ।
ਉਹ ਆਪਣਾ ਸੁੰਡ ਥੱਲੇ ਨਿਵਾ ਕੇ ਮੈਨੂੰ ਸਲਾਮ ਕਰਦਾ ਹੈ, ਮਨ ਉਹ ਕਹਿ ਰਿਹਾ ਹੋਵੇ ਕਿ ਭਗਤ ਕਬੀਰ ਜੀ, ਤੁਹਾਡੀ ਮੂਰਤ ਤੋਂ ਮੈਂ ਸਦਕੇ ਜਾਣਾ। ਬੰਦਗੀ ਕਰਨ ਵਾਲਿਆਂ ਦੇ ਨਾਲ ਸਮੁੱਚੀ ਕੁਦਰਤ ਖੜੀ ਹੁੰਦੀ ਏ, ਜਿਹੜੇ ਪਰਮਾਤਮਾ ਦੀ ਬੰਦਗੀ ਤੋਂ ਦੂਰ ਹੋ ਜਾਂਦੇ ਨੇ, ਸੱਚ ਵਿੱਚੋਂ ਪਰਮਾਤਮਾ ਦੀ ਕੁਦਰਤ ਦੇ ਵਿੱਚ ਫਿਟਕਾਰੇ ਜਾਂਦੇ ਨੇ। ਤਾਂ ਹੀ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ, ਬਿਖਮ ਮਾਰਗ ਚੱਲਣਾ। ਮਾਰਗ ਔਖਾ ਹੈ ਉਹਨਾਂ ਦੀ ਜੀਵਨ ਜੁਗਤ ਵਿੱਚੋਂ, ਪਰ ਮੇਰੇ ਸਤਿਗੁਰ ਕਹਿੰਦੇ ਨੇ ਪਰਮਾਤਮਾ ਕਿਰਪਾ ਕਰਦਾ ਹੈ। ਉਹਨਾਂ ਦੇ ਅੰਦਰ ਨਾ ਲੱਭ, ਨਾ ਲੋਭ, ਨਾ ਅਹੰਕਾਰ, ਨਾ ਤ੍ਰਿਸ਼ਨਾ। ਉਹ ਆਪਣੇ ਅੰਦਰੋਂ ਸਭ ਕੁਝ ਤਿਆਗ ਦਿੰਦੇ ਨੇ। ਲੱਭ ਤੇ ਲੋਭ, ਇਹ ਦੋ ਸ਼ਬਦ ਨੇ ਸਾਧ ਸੰਗਤ। ਮੈਂ ਬੜੀ ਵਾਰੀ ਸੋਚਣਾ ਵੀ ਅਸੀਂ ਇਹਨਾਂ ਦੋਨਾਂ ਸ਼ਬਦਾਂ ਦੇ ਅਰਥ ਸਿਮਿਲਰ ਕਰ ਦਿੰਦੇ ਹਾਂ। ਅਸਲ ਵਿੱਚ ਲੱਭ ਦਾ ਮਤਲਬ ਹੈ ਅੰਦਰ ਪ੍ਰਵਿਰਤੀ ਵਿੱਚ ਪੈਦਾ ਹੋਣਾ ਲਾਲਚ ਦਾ। ਜਦੋਂ ਉਹ ਲਾਲਚ ਪ੍ਰੈਕਟੀਕਲੀ ਕਰਮ ਵਿੱਚ ਆ ਜਾਏ ਤੇ ਉਹ ਬਣ ਜਾਂਦਾ ਹੈ ਲੋਭ। ਹੁਣ ਲੱਭ, ਲੋਭ, ਅਹੰਕਾਰ ਤੇ ਤ੍ਰਿਸ਼ਨਾ ਸਭ ਕਹਿੰਦੇ ਨੇ ਭਗਤ ਆਪਣੇ ਅੰਦਰੋਂ ਇਹਨਾਂ ਸਭ ਵਾਸਨਾਵਾਂ ਨੂੰ ਮਾਰ ਦਿੰਦੇ ਨੇ। ਬਹੁਤ ਨਾ ਹੀ ਬੋਲਣਾ, ਤੇ ਸਤਿਗੁਰ ਕਹਿੰਦੇ ਨੇ ਉਹ ਆਪਣੀ ਭਗਤੀ ਨੂੰ ਬਹੁਤਾ ਵਿਖਿਆਨ ਵਿੱਚ ਨਹੀਂ ਲੈ ਕੇ ਆਉਂਦੇ। ਵੇਖੋ ਗੁਰੂ ਰਾਮਦਾਸ ਜੀ ਦਾ ਤੁਸੀਂ ਇੱਕ ਬਚਨ ਪੜ੍ਹਦੇ ਹੋ, ਬੈਰਾੜੀ ਰਾਗ ਦਾ ਸਤਿਗੁਰਾਂ ਦਾ ਸ਼ਬਦ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਭਗਤ ਨਾਮਦੇਵ ਜੀ ਨੇ ਜਿਹੜੇ ਬਚਨ ਕਹੇ, ਬਾਬਾ ਧੰਨ ਗੁਰੂ ਅਮਰਦਾਸ ਜੀ ਜੋ ਸ਼ਬਦ ਕਹਿ ਰਹੇ ਨੇ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਰੱਬ ਦਾ ਭਗਤ ਆਪਣੀ ਬੰਦਗੀ ਦੀ ਜੁਗਤ ਨੂੰ ਤਿਆਗਦਾ ਨਹੀਂ। ਕੋਈ ਨਿੰਦਾ ਵੀ ਕਰਦਾ ਰਵੇ ਤੇ ਉਹ ਆਪਣੀ ਮਸਤੀ ਵਿੱਚ ਜੁੜਿਆ ਹੋਇਆ ਹੈ। ਭਗਤ ਆਪਣੇ ਅੰਦਰ ਦੀ ਮਸਤੀ ਤੋਂ ਬਾਹਰ ਨਹੀਂ ਨਿਕਲਦਾ। ਉਹ ਸਮਾਜ ਦੇ ਵਰਤਾਰੇ ਵਿੱਚ ਵਰਤਦਾ ਨਹੀਂ ਵੀ ਲੋਕ ਮੈਨੂੰ ਬੁਰਾ ਕਹਿ ਰਹੇ ਨੇ ਮੈਂ ਵੀ ਲੋਕਾਂ ਨੂੰ ਬੁਰਾ ਆਖਾਂ। ਨਹੀਂ, ਸਭ ਕਹਿੰਦੇ ਨੇ ਨਹੀਂ, ਲੱਭ, ਲੋਭ, ਅਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ। ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਰਗ ਬੜਾ ਔਖਾ ਹੈ। ਜਿਵੇਂ ਕੋਈ ਖੰਡੇ ਤੇ ਕਿਸੇ ਨੂੰ ਚੱਲਣ ਲਈ ਕਹਿ ਦਿਓ, ਖੰਡਾ ਬੜਾ ਤਿੱਖਾ ਹੈ, ਪੈਰ ਰੱਖੇਗਾ ਕੱਟਿਆ ਜਾਏਗਾ। ਸਾਹਿਬ ਕਹਿੰਦੇ ਨੇ ਖੰਡੇ ਤੇ ਚੱਲਣ ਦੀ ਤਰ੍ਹਾਂ ਇਹ ਮਾਰਗ ਏ, ਵਾਲੋ ਨਿੱਕੀ। ਵਾਲ ਕਿੰਨਾ ਬਰੀਕ ਹੈ। ਹੁਣ ਕੋਈ ਆਖੇ ਬਾਰੀਕ ਵਾਲ ਜਿੰਨਾ ਹੈ ਕੋਈ ਪੁਰਸ਼ ਲਾਤ ਉਹਦੇ ਤੇ ਚੱਲ, ਤੇ ਬਾਬਾ ਜੀ ਕਹਿੰਦੇ ਨੇ ਕਿੰਨਾ ਔਖਾ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਬਸ ਭਗਤ ਦਾ ਜੀਵਨ ਇੰਨਾ ਵਿਖੜਾ ਹੈ, ਬਾਹਰੋਂ ਨਜ਼ਰ ਆਉਂਦਾ ਹੈ, ਪਰ ਜਦੋਂ ਕੋਈ ਪਰਮਾਤਮਾ ਦੇ ਮਾਰਗ ਤੇ ਤੁਰਦਾ ਹੈ, ਮੇਰਾ ਸਤਿਗੁਰ ਕਿਰਪਾ ਕਰਦਾ ਹੈ, ਉਹਨਾਂ ਭਗਤਾਂ ਦੀ ਪੈਜ ਸੰਸਾਰ ਵਿੱਚ ਮੇਰਾ ਮਾਲਕ ਆਪ ਰੱਖਦਾ ਹੈ। ਇਹ ਬਾਣੀ ਆਪਾਂ ਬਚਨ ਵਿੱਚ ਸਤਿਗੁਰ ਕੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ। ਬੇਅੰਤ ਬਚਨ ਨੇ ਸਤਿਗੁਰ ਪਾਤਸ਼ਾਹ ਜੀ ਦੇ ਦਾਤਾਰ ਪਿਤਾ ਜੀ ਨੇ, ਜਿਨ੍ਹਾਂ ਵਿੱਚ ਜ਼ਿਕਰ ਕੀਤਾ ਹੈ ਵੀ ਕਿਵੇਂ ਉਹ ਮਾਲਕ ਭਗਤਾਂ ਨੂੰ ਸੰਸਾਰ ਵਿੱਚ ਰੱਖਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਏਤ ਮਾਰਗ ਜਾਣਾ, ਰੱਬ ਦੇ ਪਿਆਰੇ ਇਸ ਮਾਰਗ ਤੇ ਚੱਲਦੇ ਨੇ। ਉਹ ਪਰਵਾਹ ਨਹੀਂ ਕਰਦੇ ਸੰਸਾਰ ਵਿੱਚ ਲੋਕਾਈ ਦੀ, ਚੌਗਿਰਦੇ ਦੀ। ਉਹਨਾਂ ਨੇ ਮਾਲਕ ਆਪਣੇ ਪਰਮਾਤਮਾ ਸਤਿਗੁਰ ਦੇ ਮਾਰਗ ਨੂੰ ਚੁਣ ਲਿਆ। ਸਿਆਣ ਦੇਣਾ, ਭਗਤ ਔਰ ਇਹ ਜੀਵਨ ਜੁਗਤ ਹੈ। ਕੋਈ ਸਮਝ ਲੇ ਤੇ ਇੱਥੇ ਪਹੁੰਚਦਾ, ਨਹੀਂ ਤੇ ਬਹੁਤ ਔਖਾ ਹੈ। ਤਾਂ ਹੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਖੰਨਿਓ ਤਿੱਖੀ, ਵਾਲੋ ਨਿੱਕੀ, ਏਤ ਮਾਰਗ ਜਾਣਾ। ਇਹ ਤੇ ਸਤਿਗੁਰ ਕਹਿੰਦੇ ਨੇ ਚੱਲਣਾ ਪਏਗਾ। ਇਹ ਸਿਰਫ ਬਾਹਰ ਮੁਖੀ ਨਹੀਂ। ਜਿੱਥੋਂ ਆਪਾਂ ਵਿਚਾਰ ਆਰੰਭ ਕੀਤੀ ਸੀ, ਮੈਂ ਪਹਿਲੋਂ ਬੇਨਤੀ ਕੀਤੀ ਏ, ਭਗਤ ਅਖਵਾ ਲੈਣਾ ਬੜਾ ਸੌਖਾ ਹੈ, ਪਰ ਭਗਤ ਬਣਨਾ ਬਹੁਤ ਔਖਾ ਹੈ। ਅਖਵਾਨ ਲਈ ਤੇ ਕੱਪੜੇ ਤਨ ਤੇ ਪਾ ਲਓ, ਭੇਖ ਪਾ ਲਓ, ਪਹਿਰਾਵਾ ਧਰ ਲਓ, ਤਾਂ ਤੁਸੀਂ ਭਗਤ ਬਣ ਜਾਓਗੇ। ਭਗਤ ਬਣਨ ਦੇ ਲਈ ਤੁਹਾਨੂੰ ਉਹ ਜੀਵਨ ਜੁਗਤ ਕਮਾਣੀ ਪੈਂਦੀ ਹੈ, ਜਿਹਨੂੰ ਮੇਰੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਖੰਨਿਓ ਤਿੱਖੀ, ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹੁਣ ਵੇਖੋ ਕਿਵੇਂ ਮਿਲਦੀ ਹੈ ਗੁਰੂ ਦੀ ਕਿਰਪਾ ਨਾਲ। ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਤਜ ਦਿੱਤੀ, ਆਪਣਾ ਆਪਾ ਤਿਆਗ ਦਿੱਤਾ, ਬਸ ਗੁਰਮਖੋ ਇਹ ਆਪਣਤ ਹੈ ਜਿਹੜੀ ਬੰਦੇ ਨੂੰ ਕਦੀ ਭਗਤੀ ਦੇ ਮਾਰਗ ਤੇ ਚੱਲਣ ਨਹੀਂ ਦਿੰਦੀ। ਇਹ ਬੰਦੇ ਦੇ ਸਾਹਮਣੇ ਬਹੁਤ ਸੰਸਾਰ ਦੀਆਂ ਲਾਲਚ ਖੜੇ ਕਰਦੀ ਹੈ ਇਨਸਾਨ ਦੀਆਂ ਅੱਖਾਂ ਦੇ ਅੱਗੇ। ਇਹ ਆਪਣਤ ਬੰਦੇ ਨੂੰ ਬਾਹਰ ਨਹੀਂ ਨਿਕਲਣ। ਇਹ ਕਹਿੰਦੀ ਬਾ ਤੂੰ ਤਨ ਦੇ ਤਲ ਤੇ ਜੀ। ਭਗਤ ਤਨ ਦੇ ਤਲ ਤੋਂ ਉੱਚੇ ਉੱਠ ਜਾਂਦੇ ਨੇ। ਉਹ ਤਨ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦੇ ਲਈ ਆਪਣੇ ਮਾਲਕ ਦਾ ਹੁਕਮ, ਪਰਮਾਤਮਾ ਦੀ ਕੁਦਰਤ ਵਿੱਚ ਰਹਿ ਕੇ ਕਾਦਰ ਨਾਲ ਜੁੜਨਾ, ਕਾਦਰ ਦੇ ਨਿਆਂ ਵਿੱਚ, ਹੁਕਮ ਵਿੱਚ ਚੱਲਣਾ ਸਰਵੋਪਰੀ ਹੁੰਦਾ ਹੈ। ਪਰ ਆਮ ਬੰਦਾ ਕਹਿੰਦਾ ਨਹੀਂ, ਅਸੀਂ ਲੁਕਾਈ ਨੂੰ ਸਾਹਮਣੇ ਰੱਖੀਏ। ਜਿਹੜਾ ਲੁਕਾਈ ਨੂੰ ਖੁਸ਼ ਕਰਦਾ, ਮੇਰੀ ਬੇਨਤੀ ਸੱਚ ਜਾਣਿਓ, ਉਹ ਕਦੀ ਭਗਤ ਨਹੀਂ ਬਣ ਸਕਦਾ।
ਜਿਹੜਾ ਸੱਚ ਵਿੱਚ ਰੱਬ ਦਾ ਭਗਤ ਏ ਉਹ ਲੋਕਾਈ ਤੋਂ ਬਹੁਤ ਉੱਚਾ ਉੱਠ ਕੇ ਜਿੰਦਾ ਹੈ। ਉਹ ਲੋਕਾਈ ਦੇ ਕਲਾਵੇ ਵਿੱਚ ਨਹੀਂ ਚੱਲਦਾ। ਮੇਰੇ ਸਤਿਗੁਰ ਤਾਂ ਹੀ ਕਹਿ ਰਹੇ ਨੇ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਹੁਣ ਆਪ ਤਜਿਆ, ਆਪਾ ਤਿਆਗਣਾ ਬੜਾ ਔਖਾ ਹੈ। ਆਪ ਗਵਾਈਏ ਤਾਂ ਸ਼ਹਿ ਪਾਈਏ ਔਰ ਕੈਸੀ ਚਤੁਰਾਈ। ਸਤਿਗੁਰ ਕਹਿੰਦੇ ਨੇ ਆਪਣੇ ਆਪੇ ਦਾ ਤਿਆਗ ਕਰੇਗਾ ਤੇ ਰੱਬ ਮਿਲੇਗਾ, ਉਦੋਂ ਪਹਿਲਾਂ ਨਹੀਂ। ਹੁਣ ਆਪਣੇ ਆਪੇ ਨੂੰ ਤਿਆਗਣ ਦਾ ਮਤਲਬ ਹੈ ਆਪਣੇ ਅੰਦਰ ਦੇ ਵਿਸ਼ਿਆਂ ਨੂੰ ਤਿਆਗ ਦੇਣਾ, ਸਮਰਪਣ ਦੇ ਭਾਵ ਵਿੱਚ ਆ ਜਾਣਾ, ਆਪਣਾ ਆਪਾ ਗੁਰੂ ਦੇ ਅੱਗੇ ਰੱਖ ਦੇਣਾ। ਤਾਂ ਹੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਆਪ ਤਜਿਆ ਹਰ ਵਾਸਨਾ ਸਮਾਣੀ। ਜਿਨ੍ਹਾਂ ਨੇ ਆਪ ਤਜਿਆ, ਆਪ ਤਿਆਗਿਆ, ਆਪ ਸੌਂਪਿਆ ਗੁਰੂ ਦੇ ਅੱਗੇ, ਉਹਨਾਂ ਦੇ ਅੰਦਰੋਂ ਵਾਸਨਾ ਖਤਮ ਹੋ ਜਾਂਦੀ ਹੈ। ਉਹਨਾਂ ਦੇ ਰਸ, ਸੰਸਾਰ ਦੇ ਰਸ, ਉਹ ਇਹਨਾਂ ਰਸਾਂ ਤੋਂ ਨਿਰਲੇਪ ਹੋ ਜਾਂਦੇ ਨੇ। ਉਹ ਕਹਿੰਦੇ ਨੇ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਪੀਆ ਉਹ ਰਸ ਨਹੀਂ ਭਾਵਾ, ਉਹ ਰਸ ਛੋੜੇ। ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਉਸ ਰਸ ਦਾ ਤਿਆਗ ਕਰ ਦਿੱਤਾ, ਫਿਰ ਆਹ ਰਸ ਜਿਹੜਾ ਇਹ ਮਨ ਨੂੰ ਪਾ ਗਿਆ, ਭਗਤੀ ਦਾ ਰਸ, ਨਾਮ ਦਾ ਰਸ। ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ, ਕਹੇ ਨਾਨਕ ਚਾਲ ਭਗਤਾਂ। ਹੈ ਨਾਨਕ ਜੀ ਆਖ, ਰੱਬ ਦੇ ਪਿਆਰਿਆਂ ਦੀ ਚਾਲ ਜਿਹੜੀ ਹੈ, ਜੀਵਨ ਜੁਗਤ ਜਿਹੜੀ ਹੈ, ਉਹ ਬਹੁਤ ਬਹੁਤ ਬਿਖਮ ਹੈ ਤੇ ਨਿਰਾਲੀ ਹੈ। ਕਹੇ ਨਾਨਕ ਚਾਲ ਭਗਤਾਂ, ਜੁਗ ਹੋਂ ਜੁਗ ਨਿਰਾਲੀ। ਜੁਗ ਹੋਂ ਜੁਗ ਦਾ ਆਖਰੀ ਅਰਥ ਹੈ ਜੁਗਾਂ ਤੋਂ। ਇਹ ਸਿਰਫ ਇੱਕ ਸਮੇਂ ਦੀ ਗੱਲ ਨਹੀਂ, ਹਰ ਇੱਕ ਯੁੱਗ ਦੇ ਅੰਦਰ। ਅਸੀਂ 4 ਯੁੱਗਾਂ ਦਾ ਜ਼ਿਕਰ ਕਰਨੇ ਆ ਜੀ, ਕਲਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ, ਸਤਯੁਗ। ਇਹ 4 ਯੁੱਗ। ਸਤਯੁਗ ਦੀ ਗੱਲ ਕਰਨੇ ਆ, ਤ੍ਰੇਤੇ ਦੀ ਗੱਲ ਕਰਨੇ, ਦੁਆਪਰ ਤੇ ਕਲਯੁਗ ਦੀ। ਪਰ ਭਗਤਾਂ ਦਾ ਜੀਵਨ ਤੁਸੀਂ ਕਿਸੇ ਯੁੱਗ ਵਿੱਚ ਪੜ੍ਹ ਕੇ ਵੇਖ ਲਵੋ, ਭਗਤਾਂ ਦੇ ਲਈ ਇੱਕੋ ਹੀ ਨਿਆਂ ਸਰਵੋਪਰੀ ਤੇ ਨਿਵੇਕਲਾ ਹੈ, ਉਹ ਹੈ ਪਰਮਾਤਮਾ ਦੇ ਹੁਕਮ ਵਿੱਚ ਚੱਲਣਾ। ਉਹ ਹਰ ਯੁੱਗ ਵਿੱਚ ਇੱਕ ਬਰਾਬਰ ਹੈ। ਇਸੇ ਕਰਕੇ ਗੁਰੂ ਅਮਰਦਾਸ ਕਹਿੰਦੇ ਨੇ, ਜੁਗ ਹੋਂ ਜੁਗ ਨਿਰਾਲੀ। ਹਰ ਯੁੱਗ ਦੇ ਵਿੱਚ ਭਗਤ ਪਰਮਾਤਮਾ ਦੇ ਹੁਕਮ ਵਿੱਚ ਜੀਂਦੇ ਨੇ, ਇਸ ਨਿਵੇਕਲੀ ਜੁਗਤ ਦੇ ਨਾਲ ਜੀਂਦੇ ਨੇ ਜੋ ਸਮਾਜ ਲੁਕਾਈ ਤੋਂ ਪਰੇ ਹੁੰਦੀ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ, ਜੇ ਭਗਤ ਬਣਨਾ ਹੈ ਤੇ ਤੈਨੂੰ ਆਪਣੀ ਜੀਵਨ ਜੁਗਤ ਬਦਲਣੀ ਪਏਗੀ। ਜੀਵਨ ਜੁਗਤ ਤੈਨੂੰ ਭਗਤੀ ਵਾਲੀ ਬਣਾਉਣੀ ਪਏਗੀ, ਰੱਬੀ ਹੁਕਮ ਵਾਲੀ ਬਣਾਉਣੀ ਪਏਗੀ। ਸਤਿਗੁਰ ਕਿਰਪਾ ਕਰਨ। ਧੰਨ ਗੁਰੂ ਅਮਰਦਾਸ ਆਪਣੇ ਨਾਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਸਾਧ ਸੰਗਤ, ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,